ਹੈਲੋ ਡੀਅਰ ਸਟੂਡੈਂਟਸ। ਪਹਿਲੀ ਵੀਡੀਓ 'ਚ ਆਪਾਂ ਪਹਿਲਾ ਪਾਠ ਭੂਆ ਜੀ ਦੇ ਕਹਾਣੀਕਾਰ ਸਨ ਨਾਨਕ ਸਿੰਘ ਆਪਾਂ ਕਰ ਲਿਆ। ਅੱਜ ਆਪਾਂ ਦੂਜੀ ਵੀਡੀਓ ਦੇ ਵਿੱਚ ਦੂਜਾ ਪਾਠ ਸ਼ਹੀਦ ਦੀ ਮਾਂ ਸੰਤ ਸਿੰਘ ਸੇਖੋਂ ਦੀ ਰਚਨਾ ਹੈ ਜੀ। ਅੱਜ ਆਪਾਂ ਦੂਜਾ ਪਾਠ ਪਹਿਲਾ ਪਾਠ ਪੜ੍ਹਾਂਗੇ। ਲੈਸਨ ਦਾ ਰਿਵੀਜ਼ਨ ਲੈ ਕੇ ਉਸ ਤੋਂ ਬਾਅਦ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ। ਦੂਜਾ ਪਾਠ ਹੈ ਜੀ ਸ਼ਹੀਦ ਦੀ ਮਾਂ। ਸ਼ਹੀਦ ਦੀ ਮਾਂ ਕਹਾਣੀ ਸੰਤ ਸਿੰਘ ਸੇਖੋਂ ਦੀ ਰਚਨਾ ਹੈ। ਇਹ ਕਹਾਣੀ ਮਨੁੱਖੀ ਹੋਣੀ ਤੇ ਆਰਥਿਕ ਮਸਲਿਆਂ ਨਾਲ ਸੰਬੰਧਿਤ ਹੈ। ਵੀ ਜਿਹੜੀ ਸ਼ਹੀਦ ਦੀ ਮਾਂ ਦੀ ਕਹਾਣੀ ਹੈ, ਇਹ ਹੋਣੀ ਦਾ ਭਾਵ ਹੈ ਜਿਹਨੂੰ ਕੋਈ ਟਾਲ ਨਹੀਂ ਸਕਦਾ, ਤੇ ਆਰਥਿਕ ਮਸਲੇ ਜਿਹੜੇ ਹੈ ਉਹਨਾਂ ਨਾਲ ਸੰਬੰਧਿਤ ਹੈ। ਪੂੰਜੀਵਾਦੀ ਕੀਮਤਾਂ ਦਾ ਪਸਾਰਾ ਨਿੱਜੀ ਜਾਇਦਾਦ ਤੱਕ ਹੀ ਸੀਮਿਤ ਨਹੀਂ, ਸਗੋਂ ਇਸ ਦੇ ਅੰਦਰ ਅੰਤਰਰਾਸ਼ਟਰੀ ਸਰੋਕਾਰ ਵੀ ਬੜੇ ਮਹੱਤਵਪੂਰਨ ਹਨ। ਮਨੁੱਖੀ ਦੁੱਖਾਂ ਦੇ ਵਿਲੱਖਣ ਪਸਾਰਾਂ ਦੀ ਤਲਾਸ਼ ਕਰਦੀ ਇਹ ਕਹਾਣੀ ਪਾਠਕਾਂ ਨੂੰ ਝੰਜੋੜਦੀ ਹੀ ਨਹੀਂ, ਸਗੋਂ ਸੋਚਣ ਲਈ ਵੀ ਮਜਬੂਰ ਕਰਦੀ ਹੈ। ਗੁਰਜੀਤ ਦੇ ਸ਼ਹੀਦ ਹੋਣ ਦੀ ਖਬਰ ਜਦੋਂ ਪਹੁੰਚਦੀ ਹੈ ਤਾਂ ਪਿੰਡ ਦੀਆਂ ਬੁੜੀਆਂ ਤੇ ਨਾਲ ਦੇ ਪਿੰਡੋਂ ਮਕਾਨ ਆ ਜਾਂਦੀਆਂ ਹਨ। ਬੁੜੀਆਂ ਉੱਚੀ ਉੱਚੀ ਸਿਆਪਾ ਕਰ ਰਹੀਆਂ ਸੀ। ਗੁਰਜੀਤ ਦੇ ਤੇ ਉਸ ਦੇ ਤਾਏ ਦੇ ਘਰ ਵਿਚਕਾਰ ਛੋਟੀ ਜਿਹੀ ਕੰਧ ਸੀ, ਜਿਸ ਉੱਤੇ ਦੀ ਇੱਕ ਦੂਜੇ ਘਰ ਵਿੱਚ ਸਭ ਦਿਸਦਾ ਸੀ। ਗੁਰਜੀਤ ਦੇ ਤਾਏ ਦਾ ਮੁੰਡਾ ਚਰਨਜੀਤ ਆਪਣੇ ਘਰ ਬੈਠਾ ਸੀ ਤੇ ਇਹ ਸਭ ਕੁਝ ਉਹ ਦੇਖ ਰਿਹਾ ਸੀ। ਉਸ ਤੋਂ ਇਹ ਸਭ ਕੁਝ ਝੱਲਿਆ ਹੀ ਨਹੀਂ ਸੀ ਜਾ ਰਿਹਾ। ਅਚਾਨਕ ਚਰਨਜੀਤ ਨੂੰ ਖਿਆਲ ਆਉਂਦਾ ਹੈ ਕਿ ਗੁਰਜੀਤ ਨੂੰ 1 ਸਾਲ ਤੋਂ ਮਹੀਨਾ ਉੱਪਰ ਹੋਇਆ ਸੀ ਤੇ ਉਹ ਹੀ 17 ਸਾਲਾਂ ਦੇ ਗੁਰਜੀਤ ਦੀ ਉਮਰ ਵੱਧ ਦੱਸ ਕੇ ਉਸ ਨੂੰ ਉਹ ਭਰਤੀ ਕਰਵਾ ਕੇ ਆਇਆ ਸੀ। ਕਿਉਂਕਿ ਪਹਿਲਾਂ ਉਮਰ ਘੱਟ ਹੋਣ ਕਾਰਨ ਉਸ ਨੂੰ ਭਰਤੀ ਵਿੱਚੋਂ ਕੱਢ ਦਿੱਤਾ ਸੀ। ਇਸ ਗੱਲ ਦਾ ਅਫਸੋਸ ਉਸ ਦੀ ਮਾਂ ਨੂੰ ਵਧੇਰੇ ਸੀ। ਗੁਰਜੀਤ ਦੀ ਮਾਂ ਗੁਰਜੀਤ ਤੋਂ ਬਹੁਤ ਜ਼ਿਆਦਾ ਉਮੀਦਾਂ ਸੀ। ਗੁਰਜੀਤ 10ਵੀਂ 'ਚ ਫੇਲ ਸੀ ਤੇ ਪੜ੍ਹਨੋਂ ਹਟ ਗਿਆ ਸੀ। ਉਸ ਦੇ 2 ਭਰਾ ਤੇ 2 ਛੋਟੀਆਂ ਭੈਣਾਂ ਸਨ। ਗੁਰਜੀਤ ਦੀ ਮਾਂ ਨੂੰ ਸੀ ਕਿ ਜੇਕਰ ਗੁਰਜੀਤ ਨੌਕਰੀ ਲੱਗ ਜਾਵੇ ਤਾਂ ਬਾਕੀ ਜਵਾਕਾਂ ਨੂੰ ਵਧੀਆ ਪੜ੍ਹਾਈ ਕਰਵਾ ਕੇ ਉਹਨਾਂ ਨੂੰ ਉੱਚੀਆਂ ਨੌਕਰੀਆਂ 'ਤੇ ਲਗਾ ਦੇਵੇਗੀ। ਜਦੋਂ ਪਹਿਲੀ ਵਾਰ ਗੁਰਜੀਤ ਦੀ ਉਮਰ ਘੱਟ ਹੋਣ ਕਾਰਨ ਭਰਤੀ ਨਾ ਹੋ ਸਕਿਆ ਤਾਂ ਉਸ ਦੀ ਮਾਂ ਨੂੰ ਬਹੁਤ ਗੁੱਸਾ ਆਇਆ। ਉਨੀ ਦਿਨੀ ਵੀ ਚਰਨਜੀਤ ਘਰ ਆਇਆ ਹੋਇਆ ਸੀ। ਚਾਚੀ ਦੀ ਸਾਰੀ ਗੱਲ ਸੁਣ ਕੇ ਹੀ ਚਰਨਜੀਤ ਨੇ ਉਸ ਨੂੰ ਫੌਜ 'ਚ ਭਰਤੀ ਕਰਵਾਇਆ ਸੀ। ਉਸ ਦਾ ਨਤੀਜਾ ਹੀ ਅੱਜ ਉਹਨਾਂ ਦੇ ਸਾਹਮਣੇ ਸੀ। ਪਰ ਚਰਨਜੀਤ ਜਸਵੰਤ ਕੌਰ ਨੂੰ ਹੌਸਲਾ ਦਿੰਦਾ ਹੈ ਕਿ ਗੁਰਜੀਤ ਮਰਿਆ ਨਹੀਂ, ਉਹ ਦੇਸ਼ ਲਈ ਸ਼ਹੀਦ ਹੋਇਆ ਹੈ, ਉਹ ਸ਼ਹੀਦ ਹੋ ਕੇ ਅਮਰ ਹੋ ਗਿਆ ਹੈ। ਅੱਗੋਂ ਉਹ ਕਹਿੰਦੀ ਹੈ ਕਿ ਹੁਣ ਤਾਂ ਇਹੋ ਸੋਚ ਕੇ ਗੁਜ਼ਾਰਾ ਕਰਨਾ ਪਵੇਗਾ ਕਿ ਅਜੇ ਜ਼ਖਮ ਹਰਾ ਹੈ। ਫਿਰ ਚਰਨਜੀਤ
ਨੂੰ ਪੁੱਛਦੀ ਹੈ ਕਿ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਕਿਸ ਗੱਲ ਦੀ ਲੜਾਈ ਹੈ। ਉਹ ਕਿਸ ਗੱਲ 'ਤੇ ਝਗੜਾ ਕਰਦੇ ਹਨ। ਦੋ ਦੇਸ਼ ਆਪਸ ਵਿੱਚ ਕਿਸ ਗੱਲ ਤੋਂ ਲੜ ਰਹੇ ਹਨ। ਤਾਂ ਉਸ ਨੂੰ ਦੱਸਦਾ ਹੈ ਕਿ ਕਸ਼ਮੀਰ ਨੂੰ ਲੈ ਕੇ ਦੋਨੇ ਆਪਸ ਦੇ ਵਿੱਚ ਲੜਦੇ ਹਨ। ਜਸਵੰਤ ਕੌਰ ਚਰਨਜੀਤ ਨੂੰ ਦੱਸਦੀ ਹੈ ਕਿ ਉਹਨਾਂ ਦੇ ਪਿੰਡ ਵਿੱਚ ਹੀ ਥੋੜ੍ਹੀ ਜਿਹੀ ਜ਼ਮੀਨ ਨੂੰ ਲੈ ਕੇ ਕਤਲ ਹੋ ਗਿਆ ਸੀ। ਚਰਨਜੀਤ ਦੱਸਦਾ ਹੈ ਕਿ ਸਾਡੇ ਸਵਰਗਵਾਸੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤੇ ਸ਼ਾਸਤਰੀ ਜੀ ਹੋਰਾਂ ਨੇ ਕਦੋਂ ਤੱਕ ਉਹ ਕੁੱਕਦੇ ਆਉਂਦੇ ਸੀ ਕਿ ਭਾਈ ਆਪਾਂ ਦੋਵੇਂ ਦੇਸ਼ ਨਾ ਲੜੀਏ, ਸਮਝੌਤਾ ਕਰ ਲਈਏ, ਪਰ ਦੂਜੀ ਧਿਰ ਨਾ ਮੰਨੀ। ਜਸਵੰਤ ਕੌਰ ਇਹ ਕਹਿੰਦੀ ਹੋਈ ਕਿ ਹੋਣੀ ਅਟਲ ਹੈ ਪੁੱਤ, ਭੁੱਬ ਮਾਰ ਕੇ ਰੋ ਪਈ। ਇਸ ਕਹਾਣੀ ਵਿੱਚ ਲੇਖਕ ਨੇ ਦੱਸਿਆ ਕਿ ਕਿਸ ਤਰ੍ਹਾਂ ਲੋਕ ਮਜਬੂਰੀਆਂ ਵੱਸ ਆਪਣੇ ਬੱਚਿਆਂ ਨੂੰ ਛੋਟੀ ਉਮਰ ਵਿੱਚ ਕੰਮ 'ਤੇ ਲਾ ਦਿੰਦੇ ਹਨ, ਜਿਸ ਦਾ ਨਤੀਜਾ ਬੁਰਾ ਨਿਕਲਦਾ ਹੈ। ਤੇ ਨਾਲ ਹੀ ਨਾਲ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਦੋ ਧਿਰਾਂ ਆਪਸੀ ਛੋਟੇ ਜਿਹੇ ਝਗੜੇ ਨੂੰ ਲੈ ਕੇ ਕਤਲ ਤੱਕ ਕਰ ਦਿੰਦੀਆਂ ਹਨ। ਜੇ ਦੋਹਾਂ 'ਚ ਇੱਕ ਸਮਝਦਾਰ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਪਰ ਦੂਜਾ ਮੰਨਦਾ ਨਹੀਂ। ਇਹ ਸੀ ਆਪਣਾ ਪਾਠ ਸ਼ਹੀਦ ਦੀ ਮਾਂ ਪਾਠ ਦੇ। ਹੁਣ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਪ੍ਰਸ਼ਨ ਉੱਤਰ ਕਰਾਂਗੇ। ਉਹਨਾਂ ਚਿਰ ਤੁਸੀਂ ਇਸ ਪਾਠ ਦਾ ਰਿਵੀਜ਼ਨ ਲੈਣਾ ਹੈ, ਇਸ ਨੂੰ ਪੜ੍ਹਨਾ ਹੈ। ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਪ੍ਰਸ਼ਨ ਉੱਤਰ ਹੱਲ ਕਰਵਾਏ ਜਾਣਗੇ। ਧੰਨਵਾਦ।